ਸਮਝਦੇ ਹੋ ਬਾਹਰ ਨਾਲੋਂ ਇੱਥੇ ਚੰਗੇ ਹੋ? ਇਹ ਜੀ ਅਲਹਮਦੁਲਿਲਾ ਆਪਣੇ ਮੁਲਕ 'ਚ ਸਾਰਿਆਂ ਨਾਲੋਂ ਬਿਹਤਰ ਹੈਗਾ। ਬਾਹਰ ਨਾਲੋਂ ਕਿੰਨੇ ਕੁ ਚੰਗੇ ਆ ਇੱਥੇ? ਤਕਰੀਬਨ 100%। ਸਾਡੇ ਤੇ ਮਸਲਾ ਖਾਣ ਦਾ ਨਹੀਂ ਆ ਕੰਮ ਹੈ ਜੀ। ਮੈਂ ਛੱਡ ਕੇ ਨਾ ਤੇ ਮੈਂ ਬਾਹਰ ਗਿਆ ਹਾਂ। ਅੱਛਾ। ਬਾਹਰ ਮੈਂ ਤਕਰੀਬਨ 8 8.5 9 ਸਾਲ ਲਾ ਕੇ ਆਇਆ ਵਾਂ ਜੀ। ਤੇ ਕੋਈ ਮਜ਼ਾ ਨਹੀਂ ਆਇਆ ਜਿੰਨਾ ਮੱਝਾਂ 'ਚ ਮਜ਼ਾ ਆਇਆ ਨਾ। ਦੁਬਾਰਾ ਆਣ ਕੇ ਮੈਂ ਬਣਾਈਆਂ ਨੇ ਤੇ ਅੱਲਾ ਦਾ ਸ਼ੁਕਰ ਹੈ ਕਿ ਆਪਣੇ ਅਸੀਂ ਸਕੂਨ। अस्सलाम वालेकुम। वालेकुम सलाम। सर की हाल चाल है? अल्लाह पाक दा शुक्र। की नाम है अपना? मेरा नाम अब्दुल रहमान है। अपना इलाका दे दस्सियो। मेरा पिंड साडा गरमोला जे डाकखाना दरमान है, ठीक है जी। जिला ते नारोवाले ते तहसील जफरवाल। अच्छा सर, किन्नी देर तो काम पे करदे हो? मैनू ते सारे साडे ते मसला खाण दा नहीं है काम है जी। मैं छड्ड के ना ते मैं हां जी डेली ਇੰਨੀਆਂ ਮੱਝਾਂ ਦਾ ਦੁੱਧ ਡੇਲੀ ਦਾ ਕਿੰਨਾ ਕੁ ਸੇਲ ਕਰ ਛੱਡਦੇ ਹੋ? ਮੇਰਾ ਜਨਾਬ 55 ਕਿਲੋ ਹੋ ਜਾਂਦਾ। ਮਾਸ਼ਾਅੱਲਾ 55 ਕਿਲੋ। ਉਹਦੇ ਵਿੱਚ ਕੀ ਹੈ ਵੀ ਸਾਰੀਆਂ ਦੁੱਧ ਨਹੀਂ ਦਿੰਦੀ, ਵਿੱਚ ਕੋਈ ਸੂਣ ਵਾਲੀ ਹੈ, ਕੋਈ ਖਾਂਗੜਾ, ਕੋਈ ਸੱਜਰ ਹੈ। ਯਾਨੀ ਐਵਰੇਜ ਜਿਹੜਾ ਤੁਹਾਡਾ 55 ਹਾਂਜੀ 55 ਕਿਲੋ ਡੇਲੀ ਜਾ ਰਿਹਾ। ਡੇਲੀ ਜਾ ਰਿਹਾ। ਹਾਂਜੀ। ਤੇ ਕਿਸ ਤਰ੍ਹਾਂ ਦੁੱਧ ਸੇਲ ਕਰਦੇ ਹੋ? 100 ਰੁਪਏ ਕਿਲੋ ਜੀ। ਡੇਰੇ ਤੇ ਜਾਂ ਕਿਤੇ ਪਿੰਡ? ਨਹੀਂ ਇਹ ਪਿੰਡ ਹੀ ਸਾਡੇ ਹੋਟਲ ਨੇ, ਉੱਥੇ ਹੀ ਆ ਸਾਡੇ ਸਾਰੇ ਡੇਰਿਆਂ ਦਾ ਉਹੀ ਦੁੱਧ ਖੜਦੇ। ਠੀਕ ਹੋ ਗਿਆ। ਅੱਛਾ 55 ਕਿਲੋ ਦੁੱਧ ਸੇਲ ਕਰਕੇ ਤੇ ਤੁਹਾਡੀ ਅਖਰਾਜਾਤ ਕੱਢ ਕੇ ਬਚਤ ਜਿਹੜੀ ਆ ਕਦੇ ਅੰਦਾਜ਼ਾ ਲਾਇਆ ਕਿੰਨੀ ਕੁ ਹੋ ਜਾਂਦੀ? ਹਾਂਜੀ ਬਚਤ ਲਾਇਆ ਅਲਹਮਦੁਲਿਲਾ 3000 ਰੁਪਇਆ ਰੋਜ਼ ਦਾ ਮਸਲਾ ਬਚ ਜਾਂਦਾ ਹੈ। ਮਾਸ਼ਾਅੱਲਾ। ਆਪਣੇ ਪੱਠੇ ਨੇ ਵੱਡਾ ਛੰਡਾ ਪਾਣਾ ਬੀਸ਼ੀ ਦਾ ਜਿਹੜਾ ਮਸਲਾ ਖਰਚਾ ਉਹ ਕੱਢ ਕਢਾ ਕੇ ਨਾ ਉਹਦੀ ਔਸਤ ਲਾ ਕੇ 3000 ਰੁਪਇਆ ਡੇਲੀ ਜਿਹੜਾ ਨਾਲ ਅਲਹਮਦੁਲਿਲਾ ਦਿੰਦੇ ਪਏ। ਯਾਨੀ ਕਿ 3000 ਬਚ ਜਾਂਦਾ ਇੱਕ ਮਹੀਨੇ ਦਾ। ਤੁਹਾਡਾ ਕਿੰਨਾ ਹੋ ਗਿਆ ਫਿਰ? ਹਾਂਜੀ ਮਹੀਨੇ ਦਾ 90000 ਰੁਪਇਆ। ਮਾਸ਼ਾਅੱਲਾ 90000 ਰੁਪਇਆ। ਅਲਹਮਦੁਲਿਲਾ ਦੂਸਰੇ ਮਹੀਨੇ ਜਿੱਥੋਂ ਮਰਜ਼ੀ ਝੋਟੀ ਲੈ ਲਓ ਨਗਦਾਂ ਦੀ। ਠੀਕ ਹੈ। ਹਾਂ ਇਹ ਸਾਰੀਆਂ ਮੱਝਾਂ ਫਾਇਦਾ ਨਗਦਾਂ ਦਾ ਹੈ। ਹਾਂਜੀ। ਜੇ ਕਿਸ਼ਤਾਂ ਤੇ ਲੈਣੀਆਂ ਤੇ ਫਿਰ ਕੋਈ ਫਾਇਦਾ ਨਹੀਂ। ਯਾਨੀ ਨਗਦਾਂ ਦਾ ਫਾਇਦਾ। ਹਾਂਜੀ ਕਿਸ਼ਤਾਂ ਤੇ ਲੈ ਕੇ ਘਰ ਰੱਖਣੀਆਂ ਨੇ ਤੇ ਉਹ ਸਮਝੋ ਕਿ ਸਿਰ ਰੋਟੀ ਜਿਹੜੀ ਖਾਣੀ ਉਹ ਆਪਣੀ ਹੈ, ਬਾਕੀ ਸਭ ਕੁਝ ਉਹਨਾਂ ਦਾ ਹੀ। ਠੀਕ ਹੈ। ਯਾਨੀ ਨਗਦਾਂ ਦੀ ਝੋਟੀ ਲੈ ਲੈਣੀ ਚਾਹੀਦੀ ਹੈ। ਹਾਂਜੀ ਨਗਦਾਂ। ਕਿੰਨੇ ਕੁ ਦੀ ਤੇ ਕਿਹੜੇ ਸੂਏ 'ਚ ਲੈਣੀ ਚਾਹੀਦੀ ਹੈ? ਸਰ ਜੀ ਪਹਿਲਾਂ ਤੋਂ ਦੂਸਰਾ ਡੰਗਰ ਖਰੀਦੋ ਜੀ। ਤੇ ਬਹੁਤੀ ਰਕਮ ਵਾਲਾ ਨਹੀਂ, 2 ਲੱਖ ਦੇ ਏੜ ਗੇੜੇ 2 ਤੋਂ ਥੱਲੇ ਉੱਤੇ ਨਾ ਜਾਓ ਜੀ। ਕਿਉਂਕਿ ਮਾੜਾ ਬੰਦਾ ਸੱਟ ਨਹੀਂ ਬਰਦਾਸ਼ਤ ਕਰ ਸਕਦਾ। ਜੇ ਥਾਣੀਆਂ ਆ ਵਾਧਾ ਘਾਟਾ ਕੋ ਹੋ ਜੇ ਤੇ ਉਹ ਰਕਮ ਪੈ ਜਾਂਦੀ ਹੈ। ਅੱਛਾ ਇਹਦਾ ਮਤਲਬ ਹੈ ਜਿਹੜੇ ਜ਼ਿਆਦਾ ਲੋਕ ਜ਼ਿਆਦਾ ਰਕਮ ਦੀ ਡੰਗਰ ਖਰੀਦਦੇ ਨੇ ਉਹ ਨੁਕਸਾਨ ਹੈ? ਹਾਂਜੀ ਉਹ ਨੁਕਸਾਨ। ਤੇ ਜਿਹੜੀ ਆਪਣੇ ਸ਼ੌਕ ਦਾ ਤੇ ਮੁੱਲ ਕੋਈ ਨਹੀਂ। ਹਾਂਜੀ। ਉਂਝ ਤੇ 6 ਲੱਖ ਰੁਪਏ ਦੀ ਮੱਝ ਮੈਂ ਵਿਕਦੀ ਵੇਖੀ ਹੈ। ਪਰ ਸ਼ੌਕ ਦਾ ਮੁੱਲ ਕੋਈ ਖੁਦਾ ਨਾ ਕਰੇ ਉਹਦੇ ਨਾਲ ਵਾਧਾ ਘਾਟਾ ਹੋ ਜਾਂਦਾ ਤੇ ਉਹ ਤੇ ਸਮਝੋ ਕਿ ਰਕਮ ਮਾੜੇ ਬੰਦੇ ਲੱਖ ਟੁੱਟ ਜਾਂਦਾ। ਅੱਛਾ ਸਰ, ਜਿਹੜਾ ਮਾੜਾ ਜਾਨਵਰ ਹੈ ਹਾਂਜੀ 1.5 ਤੋਂ 2 ਲੱਖ ਦਾ ਜੀ, ਉਹਨੂੰ ਕਿਸੇ ਦੇਸੀ ਟੋਟਕੇ ਨਾਲ ਜਾਂ ਫਿਰ ਕੋਈ ਮਿਹਨਤ ਕਰਕੇ ਬਿਹਤਰ ਬਣਾਇਆ ਜਾ ਸਕਦਾ ਹੈ? ਹਾਂਜੀ ਬਣਾਇਆ ਸਕਦਾ। ਕਿਵੇਂ ਬਣਾਇਆ ਜਾ ਸਕਦਾ ਹੈ ਜਨਾਬ ਉਹਨੂੰ ਮਸਲਾ ਕਿ ਜਿਹੜਾ ਹੁਣ ਮੌਸਮ ਜਾ ਰਿਹਾ ਦਾਦੜ ਮਿਰਚਾਂ ਮਸਲਾ ਕਿਤੇ ਨਾਲ ਦੇਸੀ ਸਰੋਂ ਦਾ ਤੇਲ ਦੇਵੋ ਤੇ ਇਨਸ਼ਾਅੱਲਾ ਬਾਈਬਾਦੀ ਖਤਮ ਹੁੰਦੀ ਹੈ। ਸੂਣ ਵਾਲਾ ਡੰਗਰ ਉਹਨੂੰ ਡਾਲਟਾ ਘਿਓ ਦੇਵੋ ਤੇ ਇਨਸ਼ਾਅੱਲਾ ਥੱਲਿਓਂ ਖੁੱਲਦੀ ਹੈ। ਜਿੰਨੀ ਮਿਹਨਤ ਕਰਨੀ ਹੈ ਉਨਾ ਬਣਨਾ ਹੈ। 8.5-9 ਸਾਲ ਤੋਂ ਬਾਅਦ ਫਿਰ ਮੱਝਾਂ ਆਣ ਲਈ? ਹਾਂਜੀ ਫਿਰ ਮੱਝਾਂ ਲਈ। ਯਾਨੀ ਇਹ ਕੰਮ ਤੁਹਾਨੂੰ ਬਿਹਤਰ ਲੱਗਾ ਉਹਦੇ ਨਾਲੋਂ? ਹਾਂਜੀ। ਹੁਣ ਆਏ ਤੁਹਾਨੂੰ ਇਸ ਕੰਮ 'ਚ ਪਏ ਕਿੰਨਾ ਅਰਸਾ ਹੋ ਗਿਆ? ਮੈਨੂੰ ਜਨਾਬ ਕੋਈ 3 ਸਾਲ ਹੋ ਗਏ ਜੀ। ਮਾਸ਼ਾਅੱਲਾ 3 ਸਾਲ 'ਚ ਕਿੰਨੀਆਂ ਮੱਝਾਂ ਨੇ ਇਸ ਟਾਈਮ ਤੁਹਾਡੇ ਕੋਲ? ਮੇਰੇ ਕੋਲ ਜਨਾਬ ਇਸ ਟਾਈਮ 8 ਮੱਝਾਂ ਜੇ, 8 ਮੱਝਾਂ, ਇੱਕ ਗਾਂ ਜੇ ਜੀ, ਇੱਕ ਬੱਛਾ ਜੇ। ਅੱਛਾ। ਹਾਂਜੀ 8 ਮੱਝਾਂ ਤੇ ਇੱਕ ਗਾਂ। ਹਾਂਜੀ। ਯਾਨੀ ਬਾਹਰ ਜਿੰਨਾ ਤੁਸੀਂ ਕਮਾ ਸਕਦੇ ਹੋ ਉਹਦੇ ਨਾਲ ਇੱਥੇ ਕਿੰਨਾ? ਬਾਹਰ ਤਾਂ ਜੀ ਟੈਨਸ਼ਨ ਹੀ ਨਹੀਂ ਖਤਮ ਹੁੰਦੀ। ਅੱਛਾ। ਤੇ ਜੇ ਕੰਮ ਨਹੀਂ ਤੇ ਤਾਂ ਵੀ ਟੈਨਸ਼ਨ ਹੈ, ਜੇ ਕੰਮ ਆ ਗਿਆ ਤਾਂ ਉਹਨੂੰ ਖਤਮ ਕਰਨ ਦੀ ਟੈਨਸ਼ਨ ਹੈ। ਅੱਛਾ ਠੀਕ ਹੈ ਜੀ। ਉੱਥੇ ਟੈਨਸ਼ਨ ਤੋਂ ਇਲਾਵਾ ਕੱਖ ਨਹੀਂ ਜੇ। ਤੇ ਇਹ ਜਿਹੜਾ ਕੰਮ ਹੈ ਇਹਦੇ 'ਚ ਇਹ ਮੱਝਾਂ ਵਾਲੇ ਕੰਮ ਵਿੱਚ ਜੀ ਫਾਇਦਾ ਹੀ ਫਾਇਦਾ ਜੀ। ਇਹ ਤਾਂ ਸਮਝੋ ਕਿ ਚੈੱਕ ਜਿਹੜਾ ਨਾ ਜੇਬ ਵਿੱਚ ਜੇ। ਠੀਕ ਹੈ। ਜੇ ਮਿਹਨਤ ਕਰਨ ਵਾਲਾ ਕੋਈ ਹੋਵੇ ਤੇ ਜੇ ਮਿਹਨਤ ਕਰਨ ਵਾਲਾ ਨਹੀਂ ਹੋਵੇ ਤੇ ਫਿਰ ਉਹ ਚੈੱਕ ਵੀ ਖਾਲੀ ਲਿਖਿਆ ਜਾਂਦਾ। ਅੱਛਾ ਅਸੀਂ ਅਕਸਰ ਫਾਰਮਰ ਕੋ ਸੁਣਿਆ ਹੈ ਕਿ ਮੱਝਾਂ ਪਾਲਣ ਵਾਲਾ ਮੁਸ਼ਕਲ ਕੰਮ ਹੈ। ਗੱਲ ਸੱਚੀ ਹੈ ਜਾਂ ਝੂਠੀ ਹੈ? ਨਹੀਂ ਜੀ ਕੋਈ ਮੁਸ਼ਕਲ ਨਹੀਂ। ਮੁਸ਼ਕਲ ਇਹ ਹੀ ਹੈ ਵੀ ਸਿਰਫ ਡੰਗਰਾਂ ਦੇ ਵਿੱਚ ਡੰਗਰ ਬਣ ਕੇ ਰਹਿਣਾ ਪੈਂਦਾ ਜੇ ਤੇ ਬਾਕੀ ਅਲਹਮਦੁਲਿਲਾ ਜੇ ਹਲੇ ਦੁੱਧ ਦੇ ਕੇ ਸ਼ਾਮ ਨੂੰ ਪੈਸੇ ਜੇਬ ਵਿੱਚ ਪਾਈਏ ਤੇ ਉਹ ਕੋਈ ਮੁਸ਼ਕਲ ਨਹੀਂ। ਯਾਨੀ ਪੈਸੇ ਵੇਖ ਕੇ ਸਾਰੇ ਜਿਹੜੀਆਂ ਥਕਾਵਟਾਂ ਨੇ ਉਹ ਲੱਥੀਆਂ। ਮੱਝ ਨੂੰ ਅਗਰ ਦੇਸੀ ਚੀਜ਼ਾਂ ਦਿੱਤੀਆਂ ਜਾਣ ਤੇ ਵਧਾਇਆ ਜਾ ਸਕਦਾ ਦੁੱਧ? ਹਾਂਜੀ ਵੱਧ ਸਕਦਾ। ਤੇ ਜਿਹਦਾ ਦੁੱਧ ਅੱਗੇ ਹੀ ਜ਼ਿਆਦਾ ਹੋਏ ਉਹਨੂੰ ਵੀ ਦਿੱਤੀਆਂ ਜਾਣ ਔਰ 'ਚ ਵੀ ਕੋਈ ਫਰਕ ਆਉਂਦਾ ਹੈ? ਨਹੀਂ ਜੀ ਦੁੱਧ ਤੇ ਮੇਰੀ ਸੁਣ ਗੱਲ ਹੈ ਕੁਦਰਤੀ ਨੂਰ ਹੁੰਦਾ। ਇਹ ਡੰਗਰ ਦੀ ਨਿਸਬਤ ਨਾਲ ਜਿਹੜਾ 18-20 ਕਿਲੋ ਦੁੱਧ ਦੇਣ ਵਾਲਾ ਉਹਨੂੰ ਬੰਦਾ ਆਖੇ ਨਾ ਕਿ 25 ਕਿਲੋ ਦੁੱਧ ਦੇਣਾ ਤੇ ਉਹ ਨਹੀਂ ਦੇ ਸਕਦਾ। ਉਹਨੂੰ ਜਿੰਨੀ ਮਰਜ਼ੀ ਖਰਾਬ ਪਾਵਾਂਗੇ ਉਹਨੂੰ 18 ਤੋਂ 20 ਕਿਲੋ ਦੇਣਾ ਤੇ ਉਹਨੂੰ ਖੁਰਾਕ ਦੇ ਸਿਰ ਤੇ ਦੇਣਾ। ਪੱਠੇ 'ਚ ਇੰਨਾ ਦੁੱਧ ਨਹੀਂ। ਪੱਠੇ 'ਚ 10-11 ਕਿਲੋ ਦੁੱਧ ਦੇ। ਅੱਛਾ ਵੰਡਾ ਪਾਉਂਦੇ ਹੋ? ਹਾਂਜੀ ਵੰਡਾ ਪਾਉਂਦੇ ਆ, ਕੇ ਵੀ ਪਾਉਂਦੇ ਆ। ਵੰਡੇ ਨਾਲ ਤਕਰੀਬਨ ਜਿਹੜੀ ਮੱਝ 15 ਕਿਲੋ ਦੁੱਧ ਦਿੰਦੀ ਪਈ ਉਹ ਹਲੇ 8 ਕਿਲੋ ਵੰਡਾ ਖਾ ਰਹੀ ਹੈ। 8 ਕਿਲੋ? ਹਾਂਜੀ ਡਾਊਨ ਟਾਈਮ 8 ਕਿਲੋ ਦਾ ਯਾਨੀ ਕਿ ਉਹ ਜਿਹੜਾ ਹਰਜਾਨਾ ਪੂਰਾ ਕਰ ਜਾਂਦੀ ਹੈ? ਹਾਂਜੀ ਪੂਰਾ ਕਰਦੀ।
ਠੀਕ ਹੈ। ਵੰਡੇ ਨਾਲ ਮੱਝ ਦੀ ਸਿਹਤ ਤੇ ਕੋਈ ਇਫੈਕਟ ਹੁੰਦਾ ਹੈ? ਨਹੀਂ ਜੀ, ਡੰਗਰ ਮਸਲ ਤੰਦਰੁਸਤ ਰਹਿੰਦਾ ਹੈ, ਹਾਂਜੀ। ਸਿਹਤਮੰਦ ਹੈ। ਇਹ ਤੁਹਾਡੇ ਸਾਹਮਣੇ ਨੇ, ਵੰਡਾ ਸਾਰੇ ਖਾਂਦੇ ਨੇ, ਸਿਹਤਮੰਦ ਨੇ ਅਲਹਮਦੁਲਿਲਾ। ਅੱਛਾ, ਪਹਿਲੇ ਅਸੀਂ ਸੁਣਦੇ ਰਹੇ ਹਾਂ ਲੋਕ ਪਾਉਂਦੇ ਰਹੇ ਨੇ ਖਾਲਾਂ ਵਗੈਰਾ, ਉਹਨਾਂ ਦਾ ਕੋਈ ਮਕਸਦ ਹੈ? ਖਾਲ ਸਾਰਿਆਂ ਨਾਲੋਂ ਬਿਹਤਰ ਹੈ ਜੀ। ਜੇ ਅਸਲ ਮਸਲ ਵਡੇਵਿਆਂ ਦੀ ਲੱਭੇ ਤੇ ਵਡੇਵਿਆਂ ਦੀ ਲੱਭਦੀ ਨਹੀਂ ਲੱਭਦੀ। ਨਹੀਂ ਲੱਭਦੀ, ਉਹਦੀ ਮਿਲਾਵਟਾਂ ਬੜੀਆਂ ਨੇ। ਖਾਲੀ ਵਡੇਵੇਂ ਡੰਗਰ ਨੂੰ ਪਾਈਏ ਤੇ ਡੰਗਰ ਜਿਹੜਾ ਸੂਣ ਵਾਲਾ ਤਰੂ ਜਾਏਗਾ, ਜਿਹੜਾ ਮਤਲਬ ਸੱਜਰ ਸੋਇਆ ਉਹ ਬੋਲ ਜਲਦੀ ਪਏਗਾ, ਉਹਦੇ ਫਾਇਦਾ ਕੋਈ ਨਹੀਂ। ਮੱਝ ਦੇ 5-6 ਮਹੀਨੇ ਦੁੱਧ ਦੇਵੇ ਤੇ ਉਸ ਤੋਂ ਬਾਅਦ ਅੱਗੋਂ ਗੱਭਣ ਬਣੇ ਤੇ ਫਿਰ ਫਾਇਦਾ ਹੈ। ਠੀਕ ਹੈ, ਯਾਨੀ ਉਹਦੇ 'ਚ ਇਹ ਨੁਕਸਾਨ ਹੋ ਗਿਆ ਹੁਣ। ਹਾਂਜੀ। ਅੱਛਾ, ਮਾਸ਼ਾਅੱਲਾ ਅਸੀਂ ਦੇਖਦੇ ਪਏ ਡੇਰਾ ਤੁਸੀਂ ਬੜਾ ਛੋਟਾ ਜਿਹਾ ਤੇ ਸਾਫ ਸੁਥਰਾ ਰੱਖਿਆ। ਕਿੰਨੀ ਜਗ੍ਹਾ ਜੇ? ਇਹ ਤਕਰੀਬਨ ਕੋਈ 10 ਕੁ ਮਰਲੇ ਜਗ੍ਹਾ ਜੇ। 10 ਮਰਲੇ? ਹਾਂਜੀ। ਤੇ 10 ਮਰਲਿਆਂ 'ਚ 36 ਦੀ ਕਿੰਨੀ ਜੇ? ਇਹ ਤੁਹਾਡੇ ਸਾਹਮਣੇ ਜੀ ਆ ਜਿਹੜੀ 36 ਹੈ, ਤੇ ਅੱਗੇ ਸਾਹਮਣੇ 10 ਮਰਲੇ, ਬਾਕੀ 8-9 ਮਰਲੇ ਖਾਲੀ, ਜਿੱਥੇ ਰਾਤ ਨੂੰ ਪਿੱਛੇ ਬੰਨੀ ਦਾ ਉਹ ਸਾਈਡ ਤੇ ਜੇ। ਅੱਛਾ, ਅਸੀਂ ਦੇਖਦੇ ਪਏ ਖੁਰਲੀ ਦਾ ਤੁਸੀਂ ਬੜਾ ਇੱਕ ਸੋਹਣਾ ਤੇ ਅਜੀਬ ਸਟਾਈਲ ਬਣਾਇਆ ਦਰਖਤ ਦੇ ਗਿਰਦ। ਇਹ ਆਈਡੀਆ ਕਿੱਥੋਂ ਆਇਆ ਤੁਹਾਡੇ ਜ਼ਿਹਨ 'ਚ? ਇਹ ਜੀ ਆਈਡੀਆ ਸਾਡੇ ਦਾਦੇ ਦਾ ਪੁਰਾਣਾ ਹੀ। ਅੱਛਾ। ਤੇ ਉਹ ਸਾਹਮਣੇ ਡੇਰਾ, ਉਹ ਖੁਰਲੀ ਜਿਹੜੀ ਹੈ ਨਾ, ਉਹ ਵੀ ਅਸਰੇ ਪਿੱਪਲ ਦੇ ਦੁਆਲੇ ਬਣੀ ਹੈ। ਹਾਂਜੀ। ਤੇ ਬੂਟੇ ਦੀ ਹਿਫਾਜ਼ਤ ਹੋ ਜਾਂਦੀ ਹੈ। ਸਾਨੂੰ ਜਰਾ ਸ਼ਾਨ ਇਹਨਾਂ ਦੀ ਚਾਹੀਦੀ ਹੈ, ਅਸੀਂ ਵੀ ਇੰਜੀ ਕੁੰਡ ਬਣਾ ਕੇ ਤੇ ਇਹਦੀ ਜਰਾ ਹਿਫਾਜ਼ਤ ਹੋ ਗਈ ਹੈ। ਠੀਕ ਹੈ। ਡੰਗਰ ਵੀ ਸੋਹਣੇ ਲੱਗਦੇ ਨੇ ਬੈਠੇ ਦੇ। ਅੱਛਾ, ਇਹਨਾਂ ਦੀ ਖੁਰਾਕ ਦੀ ਕੀ ਰੁਟੀਨ ਜੇ? ਖੁਰਾਕ ਦੀ ਜੀ ਅੱਜ ਕੱਲ ਦੇ ਸਟਾਲਾ ਹੀ ਨਰਾ ਭਾਂਡੇ ਜੇ। ਇੱਕ ਟਾਈਮ ਸਾਬਤ, ਇੱਕ ਟਾਈਮ ਕੁਤਰ ਲੈਣਾ ਜੇ ਜੀ। ਤੇ ਬਾਕੀ 2 ਟਾਈਮ ਵੰਡਾ ਪਾਣਾ, ਕੇ ਵੀ 90 ਤੇ ਚੌਥੇ ਪੰਜਵੇਂ ਦਿਨ ਦਾਦੜ ਮਰਚਾਂ ਦਾ ਤੇਲ ਦੇ ਹੇਠੀ ਤੇ ਇੱਕ ਨਾਲ। ਤੇ ਅਲਹਮਦੁਲਿਲਾ ਠੀਕ ਨੇ ਡੰਗਰ। ਉਹਦਾ ਤੇਲ ਤੇ ਦਾਦੜ ਬੱਚਾ ਦਿੰਦੇ ਹੋ, ਉਹਦਾ ਕੀ ਫਾਇਦਾ ਹੈ? ਉਹਦਾ ਫਾਇਦਾ ਹੈ ਜੀ, ਜਿਸਮ ਦੇ ਬਾਈਬਾਦੀ, ਜ਼ਹਿਰਬਾਦੀ, ਕੋਈ ਵੀ ਚੀਜ਼ ਮਸਲਕ ਅੰਦਰ ਦਾ ਗੰਦਾ ਕੀੜਾ ਛੀੜਾ, ਮਸਲਕ ਪੇਟ ਸਹੀ ਰੱਖਣਾ, ਉਹ ਕਰ ਦਿੰਦਾ। ਮੱਝਾਂ ਦੀ ਚੰਗੀ ਖੁਰਾਕ ਕਿਹਨੂੰ ਆਖੋਗੇ? ਚੰਗੀ ਖੁਰਾਕ ਜੀ, ਮੇਰੀ ਸੁਣ ਗੱਲ ਕਿ ਉਹ ਡੰਗਰਾਂ ਨੂੰ ਪੱਠਾ ਚੰਗਾ ਪਿਆ ਜਾਏ, ਵੰਡਾ ਸਹੀ ਪਿਆ ਜਾਏ, ਤੇ ਇਸ ਤੋਂ ਬਾਅਦ ਇਹ ਖੁਰਾਕ ਕੋਈ ਨਹੀਂ। ਠੀਕ ਹੈ। ਅੱਛਾ, ਮੱਝਾਂ ਦਾ ਦੁੱਧ, ਮੱਝਾਂ ਨੂੰ ਰੱਖ ਕੇ ਦੁੱਧ ਵੇਚਣਾ ਸੌਖਾ ਕੰਮ ਹੈ ਕਿ ਜਾਂ ਵਪਾਰ ਕਰਨਾ ਸੌਖਾ ਕੰਮ ਹੈ? ਨਹੀਂ ਜੀ, ਮੱਝਾਂ ਰੱਖ ਕੇ ਦੁੱਧ ਕਰਨਾ ਸੌਖਾ ਹੈ, ਵਪਾਰ ਮੁਸ਼ਕਲ ਸਮਝਦੇ ਹੋ? ਵਪਾਰ ਮੁਸ਼ਕਲ ਹੈ। ਠੀਕ ਹੈ। ਵਪਾਰ ਹੀ ਤੇ ਆਈ ਹੈ ਜੇ ਵਪਾਰੀ ਕੋ ਹਫਤਾ ਜਿਹੜਾ ਨਾ, ਉਹ ਆਪਣੇ ਨਿਆਣਾ ਕੋ ਵੀ ਦੂਰ ਤੇ ਉਹ ਅਸਰੇ ਬਣ ਜਾਂਦਾ, ਛਦਾਈ ਕੋ 10 ਦਿਨਾਂ ਬਾਅਦ ਫਿਰ ਫੁਰ ਕੇ ਡੰਗਰ ਲੈ ਕੇ ਖੱਪ ਕੇ ਆਉਂਦਾ। ਅੱਗੇ ਮੇਰੇ ਤੇਰੇ 'ਚ ਜਾਂਦੇ ਨੇ 2 ਲੱਖ ਦੀ ਲਈ ਹੁੰਦੀ, ਅਸੀਂ 160 ਜਾਂ 70 ਆਖਣੇ, ਉਹਦਾ ਦਿਲ ਟੁੱਟ ਜਾਂਦਾ। ਅੱਛਾ, ਤੇ ਮੱਝਾਂ ਜਿਹੜੀਆਂ ਨੇ ਆਪਣੇ ਡੇਰੇ ਤੇ ਤੁਸੀਂ ਕਿੰਨੀਆਂ ਕੁ ਰੱਖ ਸਕਦੇ ਹੋ? ਅਲਹਮਦੁਲਿਲਾ ਜੀ, ਮੈਂ 15-18 ਮੱਝਾਂ ਰੱਖ ਸਕਣਾ, ਪਰ ਇਸ ਟਾਈਮ ਤੇ ਆ ਹੀ ਨਹੀਂ ਸਾਡੇ ਕੋਲ, ਤੇ ਇਨਸ਼ਾਅੱਲਾ ਮਜੀਦ ਅੱਗੋਂ ਵਧਣਗੀ। ਅੱਛਾ ਸਰ, ਜਿਹੜੀਆਂ ਗਾਈਆਂ ਹੁੰਦੀਆਂ ਨੇ ਹਾਂਜੀ, ਉਹ ਮੱਝਾਂ ਨਾਲੋਂ ਦੁੱਧ ਵੀ ਜ਼ਿਆਦਾ ਦਿੰਦੀਆਂ ਨੇ, ਤੇ ਉਹ ਕਿਉਂ ਨਹੀਂ ਰੱਖਦੇ? ਨਹੀਂ ਜੀ, ਸਾਨੂੰ ਸ਼ੌਕ ਹੀ ਬਸ ਇੱਕ ਅੱਧੀ ਦਾ ਜਿਹੜਾ ਅਸੀਂ ਮਸਲ ਰੱਖਣੀ, ਉਹ ਆਪਣੇ ਘਰ ਹੀ ਦੁੱਧ ਇਸਤੇਮਾਲ ਕਰਨਾ। ਗਾਈ ਦਾ ਦੁੱਧ ਅਸੀਂ ਸ਼ੌਕ ਨਾਲ ਪੀਂਦੇ। ਯਾਨੀ ਕਾਰੋਬਾਰ ਦੇ ਤੌਰ ਤੇ ਮੱਝਾਂ? ਕਾਰੋਬਾਰ ਸਾਡੇ ਦੁੱਧ ਨਹੀਂ ਵਿਕਦਾ। ਅੱਛਾ। ਹਾਂਜੀ। ਅੱਛਾ ਸਰ, ਉਹ 60 ਰੁਪਏ ਮੱਝ ਦਾ, 100 ਰੁਪਏ 40 ਰੁਪਏ ਦਾ ਫਰਕ ਪੈ ਗਿਆ, ਮਿਹਨਤ ਇੱਕ ਜੀ ਹੈ। ਅੱਛਾ ਸਰ, ਇਹ ਦੱਸੋ ਕਿ 8 ਮੱਝਾਂ ਦੱਸਦੇ ਪਏ, ਇੱਕ ਗਾਈ ਇੱਕ ਬੱਚਾ, ਇਸ ਤਰ੍ਹਾਂ ਤੁਸੀਂ ਦੱਸਿਆ। ਹਾਂਜੀ। ਇਹਨਾਂ ਵਾਸਤੇ ਕਿੰਨੇ ਬੰਦੇ ਹੋ? ਇਹਨਾਂ ਵਾਸਤੇ ਜੀ ਅਸੀਂ 2 ਬੰਦੇ ਆ। 2 ਬੰਦੇ? ਹਾਂਜੀ। ਮੁਲਾਜ਼ਮ ਰੱਖਿਆ ਜਾਂ ਘਰ ਦੇ? ਨੇ ਘਰ ਦੇ। ਘਰ ਦੇ ਹੀ? ਘਰ ਦੇ। ਇੱਕ ਤੁਸੀਂ ਤੇ ਨਾਲ ਬੇਟਾ ਮੇਰਾ। ਬੇਟਾ? ਹਾਂਜੀ। ਬੇਟੇ ਦੀ ਉਮਰ ਕਿੰਨੀ ਕੁ ਜੇ? ਬੇਟੇ ਦੀ ਉਮਰ ਤਕਰੀਬਨ ਹੈ ਜੇ 14 ਸਾਲ। 14 ਸਾਲ? ਹਾਂਜੀ। ਤੇ ਤੁਹਾਡੇ ਨਾਲ ਸਾਵਾਂ ਕੰਮ ਕਰਵਾਉਂਦਾ ਪਿਆ? ਨਹੀਂ ਜੀ, ਉਹ ਸਕੂਲੋਂ ਆ ਕੇ ਮੇਰੇ ਨਾਲ ਕਰਵਾ ਰਿਹਾ। ਸਕੂਲੋਂ ਆ ਕੇ? ਹਾਂਜੀ, ਪੱਠਿਆਂ ਵਾਸਤੇ ਬੰਦਾ ਇੱਕ ਅਲੱਗ ਰੱਖਿਆ। ਅੱਛਾ। ਜਿਹੜਾ ਨਾਲ ਪੱਠੇ ਵਢਾਉਂਦਾ ਮੇਰੇ। ਤੇ ਚੁਆਈ ਵਾਲਾ ਕੰਮ ਕੌਣ ਕਰਦਾ? ਚੁਆਈ ਵਾਲੇ ਅਸੀਂ ਖੁਦ ਆਪ ਕਰਨੀ। ਆਪ ਕਰਦੇ ਹੋ? ਹਾਂਜੀ। ਮੱਝਾਂ 8 ਕਿੰਨੇ ਟਾਈਮ 'ਚ ਚੋ ਲੈਂਦੇ ਹੋ? ਮੱਝਾਂ 8 ਤਕਰੀਬਨ 1 ਘੰਟਾ ਲੱਗ ਹੀ ਜਾਂਦਾ ਜੀ। ਘੰਟਾ? ਹਾਂਜੀ, 1 ਘੰਟਾ ਕੋਈ 10-15-20 ਮਿੰਟ। ਅੱਛਾ, ਹੁਣ ਜਦੀਦ ਦੌਰ ਆਇਆ, ਲੋਕਾਂ ਮਸ਼ੀਨਾਂ ਲਿਆਂਦੀਆਂ ਨੇ, ਉਸ ਕੰਮ ਨੂੰ ਕਿਵੇਂ ਦਾ ਸਮਝਦੇ ਨਹੀਂ ਜੀ, ਜੇ ਮਸ਼ੀਨ ਲਾ ਲਈਏ ਫਿਰ ਸਾਡੇ ਹੱਥ ਨਹੀਂ ਕੰਮ ਕਰਦੇ। ਅੱਛਾ, ਯਾਨੀ ਸਵੇਰ ਉੱਠ ਕੇ ਜਿਹੜੀ ਧਾਰ ਕੱਢਣੀ ਹੈ ਨਾ, ਹਾਂਜੀ, ਇਹ ਆਪਣੇ ਹੱਥਾਂ ਦੀ ਪੂਰੀ ਵਰਦਿਸ਼ ਹੈ। ਅੱਛਾ, ਯਾਨੀ ਕਿ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਤੁਸੀਂ ਇਹ ਕੰਮ ਕਰਦੇ? ਹਾਂਜੀ। ਤੇ ਜਿਹੜੇ ਲੋਕ ਤੁਹਾਨੂੰ ਤੇ ਜੇ ਮਸ਼ੀਨ ਲੈ ਲਈਏ, ਉਧਰ ਮਸ਼ੀਨ ਲਾਈਏ, ਉਧਰ ਲੈਟ ਟੁਰ ਜੇ, ਤੇ ਫਿਰ ਇਹ ਅਸੀਂ ਮਾਈ ਦੇ ਥੱਲੇ ਹੀ। ਠੀਕ ਹੋ ਗਿਆ। ਜਿਹੜੇ ਲੋਕ ਤੁਹਾਨੂੰ ਸੁਣਦੇ ਪਏ ਨੇ, ਤੁਸੀਂ ਬਾਹਰ ਵੀ ਰਹਿ ਕੇ ਆਏ ਦੇ ਹੋ, ਕੀ ਮਸ਼ਵਰਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਮੈਂ ਤਾਂ ਕਹਿੰਦਾ ਜੀ, ਮੱਝਾਂ ਵਾਲੇ ਕੰਮ ਨਾਲੋਂ ਮਸਲ 100% ਇਹ ਕੰਮ ਬਿਹਤਰ ਹੈ। ਦੁਨੀਆ ਤੇ ਹੋਰ ਕੋਈ ਇੰਜ ਦਾ ਕੰਮ ਨਹੀਂ। ਚੰਗਾ ਕੰਮ ਜੇ ਹੈ। ਬੰਦਾ ਕੋਈ ਮਿਹਨਤ ਕਰਨ ਵਾਲਾ ਹੋਵੇ, ਆਪਣੇ ਘਰ ਦੇ ਜੀ ਹੋਣ, ਆਪਣਾ ਪੈਲੀ ਬੰਨਾ ਹੋਵੇ, ਤੇ ਇਹ ਸਮਝੋ ਕਿ ਮੈਂ ਬੈਂਕ 'ਚ ਹੀ ਬਹਿ ਗਿਆ ਜੀ। ਇੱਕ ਬੰਦਾ ਜਿਹੜਾ ਉਹ 7-8 ਅਫਰਾਦ ਦਾ ਖਰਚਾ ਚੁੱਕ ਸਕਦਾ? ਹਾਂਜੀ, ਚੁੱਕ ਸਕਦਾ। ਅੱਛਾ, ਲੋਕਾਂ ਨੂੰ ਅਲਹਮਦੁਲਿਲਾ ਮੈਂ ਇਕੱਲਾ ਕੰਮ ਕਰ ਰਿਹਾ, 10 ਜੀ ਅਸੀਂ, 10 ਫਰਾਦ ਫੈਮਿਲੀ ਸਾਡੀ। ਮਾਸ਼ਾਅੱਲਾ। ਅੱਛਾ, ਅਲਹਮਦੁਲਿਲਾ ਠੀਕ ਹੈ, ਸ਼ੁਕਰ ਮਾਲਕ ਦਾ। ਲੋਕਾਂ ਕੋਲੋਂ ਸੁਣਿਆ ਇਸ ਕੰਮ 'ਚ ਛੁੱਟੀ ਕੋਈ ਨਹੀਂ, ਸੱਚੀ ਗੱਲ ਹੈ? ਨਹੀਂ, ਛੁੱਟੀ ਕੋਈ ਨਹੀਂ। ਠੀਕ ਹੈ। ਇੱਥੇ ਜੇ ਘਰ ਕੋਈ ਮਸਲਾ ਕਿ ਫੋਤਕੀ ਵੀ ਹੋ ਗਈ ਹੈ, ਤੇ ਉਹ ਡੈੱਡ ਬਾਡੀ ਉੱਥੇ ਘਰ ਹੀ ਪਈ ਹੈ, ਪੱਠੇ ਇਹਨਾਂ ਨੂੰ ਪਾਣੇ ਨੇ, ਭਾਵੇਂ ਕਿਸੇ ਬੰਦੇ ਦੇ ਕੋਲੋਂ ਪਵਾਏ ਤੇ ਭਾਵੇਂ ਆਪ ਆਣ ਕੇ ਪਾਏ, ਉਹ ਪਾਣੇ ਜੀ।
ਠੀਕ ਹੈ ਸਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਅੱਲਾਹ ਹਾਫਿਜ਼।